ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਮਰਨਦੀਪ ਕੌਰ ਆਪ ਸਾਰੇ ਦਰਸ਼ਕਾਂ ਦਾ ਇੱਕ ਬਾਣੀ ਚੈਨਲ ਉੱਤੇ ਜੀ ਆਇਆਂ ਨੂੰ ਕਰਦੀ ਹਾਂ। ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਆਪ ਜੀ ਨੂੰ ਵੱਖ-ਵੱਖ ਚੀਜ਼ਾਂ ਬਾਰੇ ਜਾਣੂ ਕਰਾਇਆ ਜਾਏ। ਅਸੀਂ ਵੇਖ ਸਕਦੇ ਹਾਂ, ਅਸੀਂ ਜਿਹੜੇ ਦਮਾਲੇ ਸਜਾਉਂਦੇ ਹਾਂ ਉਹਨਾਂ ਦੇ ਵੱਖ-ਵੱਖ ਤਰੀਕੇ ਹਨ ਸਜਾਉਣ ਦੇ। ਕੋਈ ਵੀ ਸ਼ੇਪ ਦਾ ਸਜਾਉਂਦਾ ਹੈ, ਕੋਈ ਗੋਲ ਦਸਤਾਰ ਦਮਾਲਾ ਸਜਾਉਂਦਾ ਹੈ, ਕੋਈ ਚੱਕਰ, ਕੋਈ ਜੰਗੀ। ਸੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਅਸੀਂ ਵੀ ਸ਼ੇਪ ਦਾ ਦਮਾਲਾ ਸਜਾਉਂਦੇ ਹਾਂ। ਸੋ ਆਓ ਇਸ ਦੀ ਸ਼ੁਰੂਆਤ ਕਰੀਏ। ਸਭ ਤੋਂ ਪਹਿਲਾਂ ਆਪ ਜੀ ਨੂੰ ਮੈਂ ਇਹ ਦੱਸ ਦਿਆਂ ਕਿ ਸਾਨੂੰ ਬੁੰਗੇ ਵਾਸਤੇ ਜੋ ਅਸੀਂ ਅੰਦਰ ਬੇਸ ਬਣਾਉਂਦੇ ਹਾਂ ਉਸ ਵਾਸਤੇ ਸਾਨੂੰ ਇੱਕ ਅਲੱਗ ਦਸਤਾਰ ਚਾਹੀਦੀ ਹੁੰਦੀ ਹੈ, ਅਤੇ ਜਿਹੜੀ ਅਸੀਂ ਬਾਹਰ ਸਜਾਉਂਦੇ ਹਾਂ ਉਸ ਲਈ ਸਾਨੂੰ ਇੱਕ ਅਲੱਗ ਦਸਤਾਰ ਚਾਹੀਦੀ ਹੁੰਦੀ ਹੈ। ਇੱਕ ਚੀਜ਼ ਹੋਰ, ਜਦੋਂ ਅਸੀਂ ਬੁੰਗਾ ਸਜਾਉਂਦੇ ਹਾਂ ਉਸ ਦਾ ਕੱਪੜਾ ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ ਉਹ ਫੁੱਲ ਵੋਇਲ ਕਰ ਸਕਦੇ ਹਾਂ, ਜਿਸ ਨਾਲ ਕਿ ਅਸੀਂ ਦਮਾਲਾ ਆਰਾਮ ਨਾਲ ਸਜਾ ਸਕਦੇ ਹਾਂ। ਸੋ ਆਓ ਅਸੀਂ ਸਭ ਤੋਂ ਪਹਿਲਾਂ ਬੁੰਗਾ ਤਿਆਰ ਕਰੀਏ। ਸਾਨੂੰ ਸਭ ਤੋਂ ਪਹਿਲਾਂ ਆਪਣੇ ਜਿਹੜੇ ਕੇਸ ਹਨ ਉਹਨਾਂ 'ਤੇ ਕੰਘਾ ਕਰ ਲੈਣਾ ਚਾਹੀਦਾ, ਤਾਂ ਕਿ ਜਿਹੜਾ ਸਾਡਾ ਬੁੰਗਾ ਹੈ ਉਹ ਆਸਾਨੀ ਨਾਲ ਤਿਆਰ ਹੋ ਸਕੇ। ਸਾਨੂੰ ਇਹ ਚੀਜ਼ ਹਮੇਸ਼ਾ ਧਿਆਨ ਵਿੱਚ ਰੱਖਣੀ ਹੈ ਕਿ ਅਸੀਂ ਜੂੜਾ ਕਿੱਥੇ ਸਜਾਉਣਾ ਹੈ। ਨਾ ਤਾਂ ਉਹ ਜ਼ਿਆਦਾ ਅੱਗੇ ਹੋਣਾ ਚਾਹੀਦਾ ਅਤੇ ਨਾ ਜ਼ਿਆਦਾ ਪਿੱਛੇ। ਜੂੜਾ ਜੋ ਅਸੀਂ ਸਜਾਉਂਦੇ ਹਾਂ ਉਹ ਬਿਲਕੁਲ ਸੈਂਟਰ ਵਿੱਚ ਹੋਣਾ ਚਾਹੀਦਾ ਹੈ। ਬੁੰਗਾ ਸਜਾਉਣ ਵੇਲੇ ਜਿਹੜੀ ਅਸੀਂ ਦਸਤਾਰ ਦਾ ਅੱਧਾ ਜਾਂ ਛੋਟਾ ਭਾਗ ਜਿਹੜਾ ਅਸੀਂ ਕਹਿ ਸਕਦੇ ਹਾਂ ਉਹ ਅੱਗੇ ਰੱਖਦੇ ਹਾਂ ਅਤੇ ਬਾਕੀ ਬਚਿਆ ਹੋਇਆ ਭਾਗ ਅਸੀਂ ਪਿੱਛੇ ਰੱਖਦੇ ਹਾਂ। ਅਤੇ ਸਜਾਉਂਦੇ ਟਾਈਮ ਹਮੇਸ਼ਾ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਸਾਡੀ ਜਿਹੜੀ ਦਸਤਾਰ ਹੈ ਉਹ ਥੱਲੇ ਨਾ ਲੱਗੇ। ਅੱਧੇ ਭਾਗ ਦੇ ਕੱਪੜੇ ਨਾਲ ਜਾਂ ਦਸਤਾਰ ਨਾਲ ਅਸੀਂ ਜਿਹੜਾ ਜੂੜਾ ਹੈ ਉਹ ਤਿਆਰ ਕਰਾਂਗੇ। ਜੂੜਾ ਆਪ ਦੇਖ ਸਕਦੇ ਹੋ ਕਿਵੇਂ ਅਸੀਂ ਜੂੜਾ ਬਣਾ ਰਹੇ ਹਾਂ। ਬਚੇ ਹੋਏ ਭਾਗ ਨੂੰ ਅਸੀਂ ਪਿੱਛੋਂ ਅੱਗੇ ਲੈ ਕੇ ਆਵਾਂਗੇ ਅਤੇ ਜਿਹੜਾ ਸਾਡਾ ਕੰਘਾ ਹੈ ਉਹ ਅਸੀਂ ਇਸ ਨੂੰ ਜੂੜੇ ਦੇ ਪਿੱਛੇ ਪਾ ਦਿਆਂਗੇ। ਤੁਸੀਂ ਵੇਖ ਸਕਦੇ ਹੋ ਇੱਥੇ ਅਸੀਂ ਜੂੜੇ ਦਾ ਕੰਘਾ ਪਾ ਰਹੇ ਹਾਂ। ਉਸ ਤੋਂ ਬਾਅਦ ਇਸ ਨੂੰ ਗੋਲ ਕਰਾਂਗੇ। ਅਤੇ ਆਪਣਾ ਅਸੀਂ ਬੁੰਗਾ ਤਿਆਰ ਕਰਾਂਗੇ। ਬੁੰਗਾ ਤਿਆਰ ਕਰਨ ਵੇਲੇ ਸਾਨੂੰ ਜਿਹੜਾ ਆਪਣਾ ਸਿਰ ਹੈ ਉੱਪਰੋਂ ਕਵਰ ਕਰਦੇ ਜਾਣਾ ਹੈ। ਇਸ ਨਾਲ ਸਾਡੀ ਗੋਲਾਈ ਆਸਾਨੀ ਨਾਲ ਆ ਜਾਏਗੀ। ਜਿਹੜੀ ਸਾਡੀ ਸਿਰ ਦੀ ਗੋਲਾਈ ਹੈ ਜਾਂ ਦਮਾਲੇ ਦੀ ਗੋਲਾਈ ਹੈ ਉਹ ਆਸਾਨੀ ਨਾਲ ਆ ਜਾਂਦੀ ਹੈ। ਹੁਣ ਆਪ ਜੀ ਵੇਖ ਸਕਦੇ ਹੋ ਬੁੰਗਾ ਤਿਆਰ ਹੈ, ਮਗਰ ਜਿਹੜੇ ਕੇਸ ਬਾਹਰ ਹਨ ਅਸੀਂ ਸਭ ਤੋਂ ਪਹਿਲਾਂ ਇਹਨਾਂ ਕੇਸਾਂ ਨੂੰ ਅੰਦਰ ਕਰ ਲਾਂਗੇ, ਜੋ ਕਿ ਅਸੀਂ ਸਿਲਾਈ ਦੀ ਮਦਦ ਨਾਲ ਅਸੀਂ ਕਰ ਸਕਦੇ ਹਾਂ।
ਇਸ ਤੋਂ ਬਾਅਦ ਅਸੀਂ ਇੱਕ ਛੋਟੀ ਦਸਤਾਰ ਹੋਰ ਸਜਾਵਾਂਗੇ ਇਸ ਦੇ ਉੱਪਰ, ਤਾਂ ਕਿ ਜਿਹੜੇ ਬੁੰਗਾ ਹੈ ਉਸ ਨੂੰ ਇੱਕ ਸਪੋਰਟ ਰਵੇ। ਛੋਟੀ ਦਸਤਾਰ 1 ਮੀਟਰ ਦੀ ਹੋ ਸਕਦੀ ਹੈ ਜਾਂ ਅੱਧੇ ਮੀਟਰ ਦੀ ਵੀ ਹੋ ਸਕਦੀ ਹੈ। ਹੁਣ ਜਿਹੜਾ ਦਸਤਾਰ ਹੈ, ਜੋ ਸਾਡੀ ਬੇਸ ਹੈ ਅੰਦਰ ਦੀ ਜਾਂ ਬੁੰਗਾ ਕਹਿ ਸਕਦੇ ਹਾਂ, ਉਹ ਤਿਆਰ ਹੈ। ਅਤੇ ਹੁਣ ਅਸੀਂ ਦਸਤਾਰ ਸਜਾਵਾਂਗੇ। ਅਤੇ ਅੱਜ ਅਸੀਂ ਸਜਾਉਣ ਜਾ ਰਹੇ ਹਾਂ ਵੀ ਸ਼ੇਪ ਵਾਲੀ ਦਸਤਾਰ। ਅਸੀਂ ਦਸਤਾਰ ਲੈ ਲਿੱਤੀ ਹੈ ਜੋ ਕਿ 7 ਮੀਟਰ ਹੈ। ਤੁਸੀਂ 5 ਮੀਟਰ ਵੀ ਲੈ ਸਕਦੇ ਹੋ, ਜਿੰਨੀ ਤੁਸੀਂ ਸਜਾਉਣਾ ਚਾਹੋ। ਸੋ ਅਸੀਂ ਅੱਜ 7 ਮੀਟਰ ਦਸਤਾਰ ਸਜਾਵਾਂਗੇ। ਸਟਾਰਟਿੰਗ ਵਿੱਚ ਸਭ ਤੋਂ ਪਹਿਲਾਂ ਜਿਹੜੀ ਦਸਤਾਰ ਹੈ ਉਸ ਨੂੰ ਅਸੀਂ ਜੋੜ ਲਾਂਗੇ ਅਤੇ ਇਸ ਤਰ੍ਹਾਂ ਕਰ ਲਾਂਗੇ, ਤਾਂ ਕਿ ਉਹ ਜ਼ਿਆਦਾ ਚੌੜੀ ਨਾ ਰਹੇ, ਸਾਨੂੰ ਸਜਾਉਣ ਵਿੱਚ ਵੀ ਆਸਾਨੀ ਰਹੇ। ਅਸੀਂ ਫੋਲਡ ਤੀਸਰੀ ਵਾਰ ਵੀ ਕਰ ਸਕਦੇ ਹਾਂ। ਸਭ ਤੋਂ ਪਹਿਲਾ ਲੜ ऊपर हो जाएगा, फिर दूसरा लड़ ਤੁਸੀਂ ਵੇਖ ਸਕਦੇ ਹੋ, ਜਿਹੜਾ ਜਦੋਂ ਅਸੀਂ ਵੀ ਸਜਾਣੀ ਹੈ, ਸਾਨੂੰ ਸਟਾਰਟਿੰਗ ਵਿੱਚ ਹੀ ਦੇਖ ਲੈਣਾ ਹੈ ਕਿ ਜਿਹੜੀ ਸਾਡੀ ਵੀ ਸ਼ੇਪ ਜਿਹੜੀ ਆ ਰਹੀ ਹੈ ਉਹ ਸਾਡੇ ਨੱਕ ਦੇ ਸਿਰ 'ਤੇ ਹੋਏ, ਬਿਲਕੁਲ ਸਿੱਧੀ ਹੋਣੀ ਚਾਹੀਦੀ ਹੈ। ਅਤੇ ਇਸੀ ਚੀਜ਼ ਨੂੰ ਅਸੀਂ ਵਾਰ-ਵਾਰ ਰਿਪੀਟ ਕਰਦੇ ਹਾਂ। ਜਿਹੜੀ ਵੀ ਨੂੰ ਹੈ ਅਸੀਂ 3 ਵਾਰ ਵੀ ਕਰ ਸਕਦੇ ਹਾਂ ਅਤੇ 4 ਵਾਰ ਵੀ ਕਰ ਸਕਦੇ ਹਾਂ। ਜਿਸ ਤਰ੍ਹਾਂ ਇਹ ਇੱਥੋਂ ਅਗਰ ਢਿੱਲਾ ਹੋ ਰਿਹਾ, ਲੂਜ਼ ਹੋ ਰਿਹਾ, ਤੁਸੀਂ ਇੱਥੋਂ ਪਕੜ ਕੇ ਖਿੱਚ ਕੇ ਅਤੇ ਦੂਸਰਾ ਲੜ ਉੱਪਰੋਂ ਲਗਾਉਣਾ ਹੈ। ਅਤੇ ਜਿਹੜੀ ਦੂਸਰੀ ਵੀ ਬਣਦੀ ਪਈ ਹੈ ਉਹ ਵੀ ਪਹਿਲੇ ਵੀ ਦੇ ਉੱਤੇ ਹੀ ਬਣਾਉਣੀ ਹੈ। ਇਸ ਤਰ੍ਹਾਂ ਹੀ ਅਗਲੇ ਲੜ ਵੀ ਅਸੀਂ ਕਰਨੇ ਨੇ। ਇਸ ਤਰ੍ਹਾਂ ਹੀ ਅਸੀਂ ਇੱਕ ਹੋਰ ਵਾਰ ਵੀ ਬਣਾਵਾਂਗੇ, ਤਾਂ ਕਿ ਜਿਹੜੇ ਸਾਡਾ ਸਾਈਡ ਵਾਲਾ ਪੋਰਸ਼ਨ ਹੈ ਉਹ ਸਹੀ ਤਰ੍ਹਾਂ ਪੱਕਾ ਹੋ ਜਾਏ, ਕਿ ਸਾਨੂੰ ਜਿਹੜੀ ਦਸਤਾਰ ਹੈ ਉਹ ਸਹੀ ਤਰ੍ਹਾਂ ਬੰਨੀ ਜਾਵੇ।
ਤੁਸੀਂ ਵੇਖ ਸਕਦੇ ਹੋ ਅਸੀਂ 4 ਵੀ ਸ਼ੇਪ ਬਣਾਏ ਜਿਹੜੇ ਕਿ ਇੱਕ ਦੇ ਉੱਪਰ ਇੱਕ ਬਣਿਆ ਦਾ 1 2 3 ਤੇ 4। ਜਦੋਂ ਵੀ ਬਣਾਉਣਾ ਹੈ ਉਸ ਨੂੰ ਅਸੀਂ ਇੱਕ ਦੇ ਉੱਤੇ ਇੱਕ ਹੀ ਬਣਾਉਣਾ ਹੈ। ਹੁਣ ਅਸੀਂ ਇਸ ਨੂੰ ਪਿੱਛੋਂ ਲੈ ਕੇ ਗੋਲ ਲੜ ਮਾਰਨ ਦੀ ਕੋਸ਼ਿਸ਼ ਕਰਾਂਗੇ, ਉੱਪਰੋਂ ਲੈ ਕੇ ਥੱਲੇ। ਤੇ ਹੁਣ ਅਸੀਂ ਜਿੰਨੇ ਵੀ ਲੜ ਮਾਰਾਂਗੇ ਉਹ ਅਸੀਂ ਇਸੇ ਤਰੀਕੇ ਨਾਲ ਉੱਪਰੋਂ ਲੈ ਕੇ ਥੱਲੇ ਹੀ ਮਾਰਾਂਗੇ। ਹੁਣ ਜਿਹੜਾ ਕੱਪੜਾ ਹੈ ਅਸੀਂ ਲੜ ਮਾਰਿਆ ਹੈ, ਅੱਧਾ ਕੱਪੜਾ ਉੱਪਰ ਕਰ ਲੈਣਾ ਹੈ ਤੇ ਛੋਟਾ ਜਿਹਾ ਪੋਰਸ਼ਨ, ਨਿੱਕਾ ਜਿਹਾ ਪੋਰਸ਼ਨ ਅਸੀਂ ਥੱਲੇ ਕਰਕੇ ਲੜ ਮਾਰਨਾ ਹੈ, ਜਿਸ ਨਾਲ ਕਿ ਸਾਡਾ ਜਿਹੜਾ ਉੱਪਰ ਵਾਲਾ ਏਰੀਆ ਉਹ ਕਵਰ ਹੋ ਜਾਏ। ਤੇ ਅਸੀਂ ਇਹ ਚੀਜ਼ 2-3 ਵਾਰ ਕਰਨੀ ਹੈ। ਦੁਬਾਰਾ ਫਿਰ ਅਸੀਂ ਉਸ ਤਰ੍ਹਾਂ ਹੀ ਲਿਆ। ਹੁਣ ਤੁਸੀਂ ਵੇਖ ਸਕਦੇ ਹੋ ਪਿੱਛੇ ਜਿੰਨਾ ਵੀ ਕੱਪੜਾ ਇਕੱਠਾ ਹੋਇਆ ਹੈ, ਉੱਪਰ ਅਗਰ ਅਸੀਂ ਉੱਪਰ ਨਜ਼ਰ ਮਾਰੀਏ ਤਾਂ ਇਹ ਚੀਜ਼ ਪੂਰੀ ਕਵਰ ਹੈ। ਤੇ ਹੁਣ ਅਸੀਂ ਜਿਹੜਾ ਇਹ ਪਿੱਛੇ ਬਚਿਆ ਹੋਇਆ ਜਿਹੜਾ ਕੱਪੜਾ ਹੈ ਉਸ ਨੂੰ ਖਿੱਚ ਕੇ ਪਿਛਲੇ ਲੜ ਵਿੱਚ ਪਾ ਦੇਣਾ ਹੈ। ਇਸ ਤਰ੍ਹਾਂ ਖਿੱਚ ਕੇ ਪਿਛਲੇ ਲੜ ਵਿੱਚ ਪਾ ਦੇਣਾ ਹੈ ਤੇ ਆਪਣੀ ਬਾਕੀ ਦੇ ਲੜ ਮਾਰ ਲੈਣੇ ਨੇ। ਲੜ ਮਾਰਦੇ ਹਮੇਸ਼ਾ ਧਿਆਨ ਰੱਖਣਾ ਹੈ ਜਿਹੜੀ ਅਸੀਂ ਫੋਲਡ ਕਰਨਾ ਹੈ, ਪਹਿਲਾ, ਦੂਸਰਾ, ਤੀਸਰਾ ਅਤੇ ਚੌਥਾ। ਇਸ ਤਰੀਕੇ ਨਾਲ ਅਸੀਂ ਆਪਣੇ ਲੜ ਨੂੰ ਫੋਲਡ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਮਾਰ ਸਕਦੇ ਹਾਂ। ਆਖਿਰ ਵਿੱਚ ਜਿਹੜਾ ਸਾਡਾ ਲੜ ਹੈ, ਜਿਹੜਾ ਸਾਡਾ ਲੜ ਬਚ ਗਿਆ ਦਾ ਹੈ, ਉਸ ਨੂੰ ਅਸੀਂ ਪਿੱਛੇ ਜਿੱਥੇ ਤੱਕ ਤੁਹਾਡਾ ਲੜ ਪੁੱਜਦਾ ਹੈ ਪਿੱਛੇ ਪਾ ਦੇਣਾ ਹੈ। ਕਈ ਵਾਰ ਸਾਡਾ ਜਿਹੜਾ ਇਹ ਲੜ ਹੈ ਉਹ ਰਹਿ ਜਾਂਦਾ ਹੈ ਤੇ ਉਸ ਨੂੰ ਅਸੀਂ ਸਿਲਾਈ ਦੀ ਮਦਦ ਨਾਲ ਵੀ ਪਾ ਸਕਦੇ ਹਾਂ। ਤੁਸੀਂ ਵੇਖ ਸਕਦੇ ਹੋ ਪਿੱਛੋਂ ਪੂਰਾ ਕਵਰ ਹੈ ਤੇ ਅੱਗੋਂ ਵੀ ਪੂਰਾ ਕਵਰ ਹੈ। ਇਸ ਤਰੀਕੇ ਦੀ ਅਸੀਂ ਵੀ ਸ਼ੇਪ ਦਸਤਾਰ ਸਜਾਉਂਦੇ ਹਾਂ। ਤੇ ਜਿਹੜੀ ਅਸੀਂ ਚੁੰਨੀ ਲੈਂਦੇ ਹਾਂ ਉਹ ਕੁਛ ਇਸ ਤਰੀਕੇ ਦੀ ਲੈ ਸਕਦੇ ਹਾਂ। ਕਈ ਵਾਰ ਸਾਡੀ ਚੁੰਨੀਆਂ ਜਿਹੜੀ ਹੁੰਦੀਆਂ ਨੇ ਉਹ ਢਿਲਕਣ ਹੁੰਦੀਆਂ, ਸਿਰ 'ਤੇ ਅਟਕਦੀਆਂ ਨਹੀਂ ਹੈ। ਉਸ ਵਾਸਤੇ ਵੀ ਅਸੀਂ ਆਪਣੀ ਚੁੰਨੀਆਂ ਵਿੱਚ
ਪਿੰਸ ਲਗਾ ਸਕਦੇ ਹਾਂ, ਟੀ ਪਿੰਸ ਲਗਾ ਸਕਦੇ ਹਾਂ, ਜਾਂ ਫਿਰ ਜਿਹੜੀ ਅਸੀਂ ਮੋਤੀ ਪਿੰਸ ਹੁੰਦੀਆਂ ਨੇ ਉਹ ਲਗਾ ਸਕਦੇ ਹਾਂ। ਜਿਵੇਂ ਕਿ ਮੈਂ ਆਪ ਜੀ ਨੂੰ ਦੱਸ ਦਿਆਂ, ਇਹ ਟੀ ਪਿੰਸ ਹਨ ਜਿਹੜੀ ਅਸੀਂ ਆਪਣੇ ਦਸਤਾਰ ਵਿੱਚ ਲਗਾ ਸਕਦੇ ਹਾਂ, ਤਾਂ ਕਿ ਸਾਡੀ ਜਿਹੜੀ ਚੁੰਨੀ ਹੈ ਉਹ ਸਿਰ ਤੋਂ ਨਾ ਉਤਰੇ ਅਤੇ ਸਾਡੇ ਦਸਤਾਰ ਨਾਲ ਆਰਾਮ ਨਾਲ ਰਹਿ ਸਕੇ। ਸੋ ਇਹ ਅਸੀਂ ਸਜਾ ਦਿੱਤੀ ਹੈ ਦਸਤਾਰ ਵੀ ਸ਼ੇਪ, ਤੁਸੀਂ ਵੇਖ ਸਕਦੇ ਹੋ ਵੀ ਸ਼ੇਪ ਦਸਤਾਰ ਜਿਹੜੀ ਅਸੀਂ ਸਜਾਈ ਹੈ। ਉਸ ਵਿੱਚ ਖਾਸ ਧਿਆਨ, ਜਦੋਂ ਵੀ ਅਸੀਂ ਦਮਾਲਾ ਸਜਾਉਂਦੇ ਹਾਂ ਸਾਨੂੰ ਖਾਸ ਧਿਆਨ ਇਹ ਚੀਜ਼ ਰੱਖਣੀ ਹੁੰਦੀ ਹੈ ਕਿ ਜਦੋਂ ਵੀ ਅਸੀਂ ਸਜਾਈਏ ਸਾਡਾ ਜਿਹੜਾ ਬੁੰਗਾ ਹੈ ਉਹ ਇਸ ਤਰੀਕੇ ਦਾ ਹੋਣਾ ਚਾਹੀਦਾ ਹੈ ਕਿ ਉਹ ਢਿੱਲਾ ਨਾ ਹੋਏ। ਸਾਡੀ ਦਸਤਾਰ ਹਮੇਸ਼ਾ ਸਾਡੇ ਬੁੰਗੇ ਉੱਤੇ ਡਿਪੈਂਡ ਰਹਿੰਦੀ ਕਿ ਅਗਰ ਸਾਡਾ ਬੁੰਗਾ ਢਿੱਲਾ ਹੋਏਗਾ ਤਾਂ ਸਾਡੀ ਦਸਤਾਰ ਵੀ ਢਿੱਲੀ ਹੋ ਜਾਂਦੀ ਹੈ। ਸੋ ਸਭ ਤੋਂ ਪਹਿਲਾਂ ਸਾਡਾ ਬੁੰਗਾ ਹੈ ਉਹ ਇਸ ਤਰੀਕੇ ਦਾ ਹੋਣਾ ਚਾਹੀਦਾ, ਜਿਸ ਤਰ੍ਹਾਂ ਹੁਣ ਮੈਂ ਆਪ ਜੀ ਨੂੰ ਸ਼ੁਰੂਆਤ ਵਿੱਚ ਦੱਸਿਆ ਕਿ ਕਿਵੇਂ ਅਸੀਂ ਬੁੰਗਾ ਸਜਾਇਆ, ਅੱਧਾ ਕੱਪੜਾ ਪਿੱਛੇ ਅਤੇ ਬਾਕੀ ਕੱਪੜਾ ਅੱਗੇ ਕਰਕੇ ਅਸੀਂ ਸਜਾਇਆ, ਅਤੇ ਉਸ ਵਿੱਚ ਜਿਹੜਾ ਦਮਾਲਾ ਜਿਹੜਾ ਹੈ ਆਸਾਨੀ ਨਾਲ ਨਹੀਂ ਖੁੱਲ੍ਹ ਸਕਦਾ। ਅਤੇ ਇਸ ਤਰੀਕੇ ਨਾਲ ਜਦੋਂ ਪੁਰਾਣੇ ਵਕਤ ਵਿੱਚ ਵੀ ਇਸੀ ਤਰੀਕੇ ਨਾਲ ਬੁੰਗੇ ਤਿਆਰ ਕੀਤੇ ਜਾਂਦੇ ਸਨ। ਬੁੰਗੇ ਤਿਆਰ ਕਰਨ ਦੇ ਵੀ ਵੱਖ ਵੱਖ ਢੰਗ ਨੇ, ਅਤੇ ਹੁਣ ਜਿਹੜੀ ਦਸਤਾਰ ਹੈ ਉਹ ਸਜ ਚੁੱਕੀ ਹੈ। ਸੋ ਅੱਗੇ ਅਸੀਂ ਆਪ ਜੀ ਨਾਲ ਹੋਰ ਦਸਤਾਰਾਂ ਕਿਵੇਂ ਸਜਾਉਂਦੇ ਨੇ, ਗੋਲ ਸ਼ੇਪ ਜਾਂ ਵੱਖ ਵੱਖ ਤਰੀਕੇ ਦੀ ਦਸਤਾਰਾਂ ਵੀ ਕਿਵੇਂ ਸਜਾਉਂਦੇ ਨੇ ਉਹ ਆਪ ਜੀ ਨੂੰ ਦੱਸਦੇ ਰਹਾਂਗੇ। ਸੋ ਵੇਲਾ ਹੋ ਗਿਆ ਹੈ ਆਪ ਜੀ ਤੋਂ ਇਜਾਜ਼ਤ ਲੈਣ ਦਾ, ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। रंग